ਨੈਕਸਟ ਹੈ ਸਾਡਾ ਇੰਟੀਗ੍ਰੇਸ਼ਨ ਬਾਏ ਪਾਰਟਸ। ਇੰਟੀਗ੍ਰੇਸ਼ਨ ਬਾਏ ਪਾਰਟਸ, ਠੀਕ ਹੈ। ਇੰਟੀਗ੍ਰੇਸ਼ਨ ਬਾਏ ਪਾਰਟਸ ਦਾ ਕੀ ਮਤਲਬ ਹੈ? ਅਗਰ ਸਾਡੀ ਇੰਟੀਗ੍ਰੇਸ਼ਨ ਦੇ ਵਿੱਚ ਦੋ ਫੰਕਸ਼ਨ ਪ੍ਰੋਡਕਟ ਦੀ ਫੋਰਮ 'ਚ ਹੋਣ, ਜਿਵੇਂ ਅਸੀਂ ਡੈਰੀਵੇਟਿਵ ਦੇ ਵਿੱਚ ਪੜ੍ਹਿਆ ਸੀ, ਅਗਰ ਦੋ ਫੰਕਸ਼ਨ ਸਾਡੇ ਪ੍ਰੋਡਕਟ ਫੋਰਮ 'ਚ ਹੋਣ ਤਾਂ ਅਸੀਂ ਡੈਰੀਵੇਟਿਵ 'ਚ ਉਹਨੂੰ ਪ੍ਰੋਡਕਟ ਰੂਲ ਕਹਿੰਦੇ ਹਾਂ, ਇੰਟੀਗ੍ਰੇਸ਼ਨ 'ਚ ਇੰਟੀਗ੍ਰੇਸ਼ਨ ਬਾਏ ਪਾਰਟਸ। ਤਾਂ ਅਸੀਂ ਇੰਟੀਗ੍ਰੇਸ਼ਨ ਬਾਏ ਪਾਰਟਸ ਕਰਦੇ ਹਾਂ। ਬਟ ਇੰਟੀਗ੍ਰੇਸ਼ਨ ਪਾਰਟਸ ਉਦੋਂ ਕਰਨੀ ਆ ਜੇ ਤਾਂ ਸਾਡਾ ਗਿਵਨ ਫੰਕਸ਼ਨ ਸਪਲਿਟ ਹੋ ਸਕਦਾ ਦੋ ਹਿੱਸਿਆਂ ਦੇ ਵਿੱਚ ਬਿਨਾਂ ਰੂਲ ਲਗਾਏ, ਤਾਂ ਅਸੀਂ ਪਹਿਲਾਂ ਉਹ ਚੂਜ਼ ਕਰਨਾ ਕਿ ਇੰਟੀਗ੍ਰੇਸ਼ਨ ਬਾਏ ਪਾਰਟਸ ਅਸੀਂ ਘੱਟ ਹੀ ਲਗਾਈਏ। ਉਸ ਤੋਂ ਪਹਿਲਾਂ ਜੇ ਸਾਡਾ ਕਿਸੇ ਤਰੀਕੇ ਨਾਲ ਸੋਲਵ ਹੁੰਦਾ, ਨਿਊਮੀਨੇਟਰ ਅਤੇ ਡਿਊਮੀਨੇਟਰ ਸੇਮ ਕਰਕੇ ਫਲਾਣਾ ਸੈਪਰੇਟੇਸ਼ਨ ਕਿਸੇ ਤਰੀਕੇ ਨਾਲ ਹੁੰਦੀ, ਹੁਣ ਜਿੰਨੀਆਂ ਅਸੀਂ ਪੁਰਾਣੀਆਂ ਟੈਕਨੀਕਸ ਪੜ੍ਹੀਆਂ, ਜਦੋਂ ਸਾਡੀਆਂ ਪੁਰਾਣੀਆਂ ਟੈਕਨੀਕਸ ਫੇਲ ਹੋ ਜਾਣ ਵੀ ਹੁਣ ਹੋਰ ਕੋਈ ਹੱਲ ਹੀ ਨਹੀਂ, ਤਾਂ ਸਾਨੂੰ ਇੰਟੀਗ੍ਰੇਸ਼ਨ ਬਾਏ ਪਾਰਟਸ ਲਗਾਉਣੀ ਪਊਗੀ। ਤਾਂ ਉਹਦਾ ਫਾਰਮੂਲਾ ਕੀ ਆ? ਫਸਟ ਫੰਕਸ਼ਨ ਐਜ਼ ਇਟ ਇਜ਼, ਫਿਰ ਸੈਕਿੰਡ ਫੰਕਸ਼ਨ ਦੇ ਡੈਰੀਵੇਟਿਵ ਦਾ ਆਨਸਰ ਲਿਖ ਦਿਓ, ਸੈਕਿੰਡ ਫੰਕਸ਼ਨ ਦਾ ਡੈਰੀਵੇਟਿਵ ਹੈ ਨਾ, ਫਿਰ ਮਾਈਨਸ ਹੋਲ ਇੰਟੀਗ੍ਰੇਸ਼ਨ 'ਚ ਫਸਟ ਫੰਕਸ਼ਨ ਦਾ ਇੰਟੀਗ੍ਰੇਸ਼ਨ ਡੈਰੀਵੇਟਿਵ। ਇੱਕ ਮਿੰਟ ਦੁਬਾਰਾ ਦੇਖੋ ਇਹ ਰੂਲ। ਫਸਟ ਫੰਕਸ਼ਨ ਐਜ਼ ਇਟ ਇਜ਼ ਅਸੀਂ ਰੱਖਾਂਗੇ ਜਿਵੇਂ ਹੈਗਾ, ਫਿਰ ਇਨਟੂ ਸੈਕਿੰਡ ਫੰਕਸ਼ਨ ਦੀ ਇੰਟੀਗ੍ਰੇਸ਼ਨ, ਡੈਰੀਵੇਟਿਵ ਨਹੀਂ, ਮਾਈਨਸ ਹੋਲ ਇੰਟੀਗ੍ਰੇਸ਼ਨ, ਮੰਮਾ ਪੜ੍ਹਾ ਰਹੇ, ਫਿਰ ਹੋਲ ਇੰਟੀਗ੍ਰੇਸ਼ਨ 'ਚ ਜਿਹੜਾ ਫਸਟ ਫੰਕਸ਼ਨ ਆ ਫਿਰ ਉਹਦੇ ਡੈਰੀਵੇਟਿਵ ਦਾ ਆਨਸਰ ਭਰਨਾ, ਇਨਟੂ ਸੈਕਿੰਡ ਫੰਕਸ਼ਨ ਦੀ ਫਿਰ ਇੰਟੀਗ੍ਰੇਸ਼ਨ ਦਾ ਆਨਸਰ। ਸਮਝ ਲੱਗੀ? ਦੋ ਫੰਕਸ਼ਨ ਦਾ ਇੰਟੀਗ੍ਰੇਸ਼ਨ ਬਾਏ ਪਾਰਟਸ ਦਾ ਕੀ ਫਾਰਮੂਲਾ? ਫਸਟ ਫੰਕਸ਼ਨ ਐਜ਼ ਇਟ ਇਜ਼, ਇੰਟੀਗ੍ਰੇਸ਼ਨ ਆਫ ਸੈਕਿੰਡ ਫੰਕਸ਼ਨ ਮਾਈਨਸ ਹੋਲ ਇੰਟੀਗ੍ਰੇਸ਼ਨ, ਪਹਿਲੇ ਦਾ ਡੈਰੀਵੇਟਿਵ ਅਤੇ ਦੂਜੇ ਦੀ ਫਿਰ ਇੰਟੀਗ੍ਰੇਸ਼ਨ ਦਾ ਆਨਸਰ। ਮਤਲਬ ਹੋਲ ਇੰਟੀਗ੍ਰੇਸ਼ਨ ਦੇ ਅੰਦਰ ਤੁਸੀਂ ਦੋ ਆਨਸਰ ਭਰਨੇ ਆ, ਪਹਿਲੇ ਫੰਕਸ਼ਨ ਦੇ ਡੈਰੀਵੇਟਿਵ ਦਾ ਆਨਸਰ ਭਰਨਾ, ਦੂਜੇ ਫੰਕਸ਼ਨ ਦੇ ਇੰਟੀਗ੍ਰੇਸ਼ਨ ਦਾ ਆਨਸਰ ਭਰਨਾ। ਉਸ ਤੋਂ ਬਾਅਦ ਆ ਗਿਆ ਇੰਟੀਗ੍ਰੇਸ਼ਨ ਬਾਏ ਪਾਰਟਸ ਦਾ ਇੱਕ ਰੂਲ ਤਾਂ ਤੁਹਾਡੇ ਕੋਲ ਹੋ ਗਿਆ। ਦੂਜਾ ਰੂਲ ਕੀ ਕਹਿੰਦਾ ਵਾ ਕਿ ਜਿਵੇਂ ਦੋ ਫੰਕਸ਼ਨ ਆ ਹੈ ਨਾ, ਅਸੀਂ ਕਿਹੜੇ ਫੰਕਸ਼ਨ ਨੂੰ ਪਹਿਲੇ ਨੰਬਰ 'ਤੇ ਰੱਖਣਾ ਜਾਂ ਕਿਹੜੇ ਫੰਕਸ਼ਨ ਨੂੰ ਦੂਜੇ ਨੰਬਰ 'ਤੇ ਰੱਖ ਕੇ ਇੰਟੀਗ੍ਰੇਸ਼ਨ ਬਾਏ ਪਾਰਟਸ ਰੱਖਣੀ ਹੈ, ਠੀਕ ਹੈ। ਅਸੀਂ ਰੀਅਰੇਂਜ ਕਰ ਸਕਦੇ ਹਾਂ ਵੀ ਕਿਹੜਾ ਪਹਿਲੇ ਨੰਬਰ 'ਤੇ ਰੱਖਣਾ, ਕਿਹੜਾ ਦੂਜੇ ਨੰਬਰ 'ਤੇ। ਉਹ ਕਿਹਦੇ ਅਕੋਰਡਿੰਗ ਕਰਨਾ? ਆਈਲੇਟ ਮੈਥਡ ਹੁੰਦਾ, ਇਹਦੇ ਅਕੋਰਡਿੰਗ ਕਰਨਾ। ਮਤਲਬ I4 ਕੀ ਹੋ ਗਿਆ? ਇਨਵਰਸ ਫੰਕਸ਼ਨ, ਅਤੇ L4 ਕੀ ਹੋ ਗਿਆ? ਲੌਗ ਫੰਕਸ਼ਨ। A ਫੋਰ ਅਲਜਬਰਿਕ ਫੰਕਸ਼ਨ ਜਿਵੇਂ x ਸਕੇਅਰ ਮਾਈਨਸ 1 x ਦੀ ਪਾਵਰ 4। T ਫੋਰ ਟ੍ਰਿਗਨੋਮੈਟ੍ਰਿਕ ਫੰਕਸ਼ਨ ਜਿਵੇਂ ਸਾਈਨ ਕੋਸ ਟੈਨ। E ਫੋਰ ਐਕਸਪੋਨੈਂਸ਼ੀਅਲ ਫੰਕਸ਼ਨ ਜਿਵੇਂ e ਦੀ ਪਾਵਰ x a ਦੀ ਪਾਵਰ x ਹੋਈ, ਠੀਕ ਹੈ। ਇਸ ਦੇ ਅਕੋਰਡਿੰਗ ਰੱਖਣਾ। ਜਿਵੇਂ ਮੰਨ ਲਓ ਮੇਰਾ ਐਵੇਂ ਆ ਜਾਂਦਾ, ਇੱਕ ਸਾਈਨ x ਆ ਜਾਂਦਾ, ਇੱਕ ਆ ਜਾਂਦਾ x। ਹੁਣ ਇਹ ਜ਼ਰੂਰੀ ਨਹੀਂ ਕਿ ਤੁਸੀਂ ਸਾਈਨ x ਨੂੰ ਪਹਿਲਾ ਫੰਕਸ਼ਨ ਮੰਨੋਗੇ, ਹੋ ਸਕਦਾ x ਪਹਿਲਾਂ ਆ ਜਾਵੇ। ਇਸ ਆਪਾਂ ਜਿਹੜੀ ਇਹ ਵਾਲੀ ਇਹਨੂੰ ਮੈਥਡ ਆਈਲੇਟ ਨੂੰ ਫੋਲੋ ਕਰਨਾ, ਜੋ ਇਹਦੀ ਤਰਤੀਬ ਆ, ਠੀਕ ਹੈ। ਹੁਣ ਦੇਖੋ ਸਾਈਨ x ਟ੍ਰਿਗਨੋਮੈਟ੍ਰਿਕ ਫੰਕਸ਼ਨ ਆ ਅਤੇ x ਕੀ ਅਲਜਬਰਿਕ ਫੰਕਸ਼ਨ। ਅਕੋਰਡਿੰਗ ਟੂ ਇਹ ਸੀਰੀਜ਼ ਦੇ ਅਕੋਰਡਿੰਗ ਅਲਜਬਰਿਕ ਫੰਕਸ਼ਨ ਪਹਿਲਾਂ ਆਊਗਾ, ਸਾਈਨ x ਬਾਅਦ 'ਚ ਆਊਗਾ, ਫਿਰ ਅਸੀਂ ਇੰਟੀਗ੍ਰੇਸ਼ਨ ਕਰਾਂਗੇ। ਐਵੇਂ ਮੰਨ ਲਓ x ਸਾਈਨ ਇਨਵਰਸ x ਆ, ਹੁਣ ਇਨਵਰਸ ਫੰਕਸ਼ਨ ਪਹਿਲੇ ਨੰਬਰ 'ਤੇ ਆਊਗਾ, x ਅਲਜਬਰਿਕ ਦੂਜੇ ਨੰਬਰ 'ਤੇ ਆਊਗਾ, ਤਾਂ ਮੈਨੂੰ ਰੀਅਰੇਂਜ ਕਰੂੰਗੀ ਸਾਈਨ ਇਨਵਰਸ ਇਨਟੂ x, ਫਿਰ ਅਸੀਂ ਇਹਨੂੰ ਪਹਿਲਾ ਫੰਕਸ਼ਨ ਮੰਨਾਂਗੇ, ਇਹਨੂੰ ਦੂਜਾ। ਐਵੇਂ ਜੇ ਲੌਗ x ਪਲਸ ਇਨਟੂ x ਆ ਗਈ, ਲੌਗ ਮਤਲਬ ਲੌਗ ਇੱਥੇ ਆ ਅਤੇ x ਮਤਲਬ ਅਲਜਬਰਿਕ ਫੰਕਸ਼ਨ ਇੱਥੇ ਆ, ਤਾਂ ਪਹਿਲੇ ਸੀਰੀਜ਼ ਦੇ ਅਕੋਰਡਿੰਗ ਪਹਿਲਾਂ ਲੌਗ ਵਾਲਾ ਫੰਕਸ਼ਨ ਆਊਗਾ, ਇਹ ਠੀਕ ਆ ਸੀਰੀਜ਼, ਅਤੇ ਫਿਰ ਅਲਜਬਰਿਕ ਫੰਕਸ਼ਨ ਇਹਨੂੰ ਅਸੀਂ ਪਹਿਲਾਂ ਕਵਾਂਗੇ, ਇਹਨੂੰ ਦੂਜਾ, ਠੀਕ ਹੈ ਜੀ। ਕਿਹੜੇ ਫੰਕਸ਼ਨ ਨੂੰ ਪਹਿਲਾ ਨਾਮ ਦੇਣਾ, ਕਿਹੜੇ ਫੰਕਸ਼ਨ ਨੂੰ ਦੂਜਾ ਨਾਮ ਦੇਣਾ, ਇੰਟੀਗ੍ਰੇਸ਼ਨ ਬਾਏ ਪਾਰਟਸ ਕਰਨ ਤੋਂ ਪਹਿਲਾਂ ਆਈਲੇਟ ਸੀਰੀਜ਼ ਨੂੰ ਅਸੀਂ ਫੋਲੋ ਕਰਨਾ। ਉਸ ਤੋਂ ਬਾਅਦ ਤੀਜੀ ਚੀਜ਼ ਆ ਗਈ, ਤੀਜਾ ਮੈਥਡ ਕੀ ਆ ਕਿ ਜਦੋਂ ਇਕੱਲੀ ਇੰਟੀਗ੍ਰੇਸ਼ਨ ਕਿਸੇ ਵੀ ਇਨਵਰਸ ਫੰਕਸ਼ਨ ਦੀ ਹੋਵੇ, ਉਹ ਅਸੀਂ ਕਰ ਨਹੀਂ ਸਕਦੇ, ਤਾਂ ਅਸੀਂ ਉਹਨੂੰ ਜਾਣ ਕੇ ਇੰਟੀਗ੍ਰੇਸ਼ਨ ਬਾਏ ਪਾਰਟਸ ਬਣਾਉਣਾ ਇਨਟੂ 1 ਐਜ਼ ਏ ਸੈਕਿੰਡ ਫੰਕਸ਼ਨ ਲੈ ਕੇ।
ਐਜ਼ ਏ ਸੈਕਿੰਡ ਫੰਕਸ਼ਨ। ਐਵੇਂ ਜੇ log x ਦੀ ਇਕੱਲੀ ਇੰਟੀਗ੍ਰੇਸ਼ਨ ਆ ਗਈ, log x ਦੀ ਅਸੀਂ ਇੰਟੀਗ੍ਰੇਸ਼ਨ ਸਟੈਂਡਰਡ ਫਾਰਮੂਲਾ ਕੋਈ ਨਹੀਂ ਪੜ੍ਹਿਆ ਹੋਇਆ, ਤਾਂ log x ਦੀ ਇੰਟੀਗ੍ਰੇਸ਼ਨ ਨੂੰ ਅਸੀਂ ਇੰਟੂ 1 ਮਤਲਬ 2 ਫੰਕਸ਼ਨ ਬਣਾ ਕੇ ਇੰਟੀਗ੍ਰੇਸ਼ਨ ਬਾਏ ਪਾਰਟਸ ਕਰਾਂਗੇ। ਇਹਨੂੰ ਪਹਿਲਾ ਫੰਕਸ਼ਨ ਅਤੇ ਇਹਨੂੰ ਦੂਜਾ ਫੰਕਸ਼ਨ। ਠੀਕ ਹੈ ਜੀ। ਤਾਂ ਆਹ ਚੀਜ਼ ਉਹਨਾਂ ਨੇ ਲਿਖੀ ਹੋਈ ਆ, ਦਾ ਰੂਲ ਆਫ ਦਾ ਪਾਰਟਸ ਕੈਨ ਬੀ ਅਪਲਾਈਡ ਟੂ ਦਾ ਸਿੰਗਲ ਫੰਕਸ਼ਨ। ਸਿੰਗਲ ਫੰਕਸ਼ਨ ਜਿਵੇਂ ਕਿ ਇਨ ਕੇਸ ਆਫ log, ਜੇ log ਦਾ ਸਿੰਗਲ ਫੰਕਸ਼ਨ ਹੋਵੇ ਜਾਂ ਫਿਰ ਇਨਵਰਸ ਦਾ ਇਨਵਰਸ ਟ੍ਰਿਗਨੋਮੈਟਰਿਕ ਜਿਵੇਂ ਸਾਈਨ ਇਨਵਰਸ, ਕਾਸ ਇਨਵਰਸ, ਟੈਨ ਇਨਵਰਸ, ਕਾਟ ਇਨਵਰਸ, ਕੋਸਿਕਨ ਇਨਵਰਸ ਸਿੰਗਲ ਫੰਕਸ਼ਨ ਹੋਵੇ ਤਾਂ ਅਸੀਂ ਫॉर ਦਿਸ ਯੂਨਿਟੀ ਇਜ਼ ਟੇਕਨ ਐਜ਼ ਦਾ ਸੈਕਿੰਡ ਫੰਕਸ਼ਨ। ਦੂਜੇ ਨੰਬਰ 'ਤੇ 1 ਲਗਾ ਕੇ ਫਿਰ ਅਸੀਂ ਉਹਦੀ ਇੰਟੀਗ੍ਰੇਸ਼ਨ ਬਾਈ ਪਾਰਟਸ ਕਰ ਦਾਂਗੇ ਤਾਂ ਉਹ log ਦੀ ਇੰਟੀਗ੍ਰੇਸ਼ਨ ਜਾਂ ਐਨੀ ਇਨਵਰਸ ਦੀ ਇੰਟੀਗ੍ਰੇਸ਼ਨ ਹੋ ਜੂਗੀ। ਹੁਣ ਸਮ ਦੇਖੋ, ਫਸਟ ਐਗਜ਼ਾਮਪਲ ਦੇਖੋ, x e ਦੀ ਪਾਵਰ 2x, x e ਦੀ ਪਾਵਰ 2x, ਇਹਦੀ ਇੰਟੀਗ੍ਰੇਸ਼ਨ ਅਸੀਂ ਕਿਵੇਂ ਕਰਾਂਗੇ? ਪਹਿਲਾਂ ਤਾਂ ਆਈਲੇਟ ਦੇ ਅਕੋਰਡਿੰਗ x ਪਹਿਲੇ ਨੰਬਰ 'ਤੇ ਆਉਂਦਾ, ਐਕਸਪੋਨੈਂਸ਼ੀਅਲ ਦੂਜੇ ਨੰਬਰ 'ਤੇ ਆਉਂਦਾ। ਹੁਣ ਇਹਦੀ ਇੰਟੀਗ੍ਰੇਸ਼ਨ ਅਸੀਂ ਬਾਏ ਪਾਰਟਸ ਕਿਵੇਂ ਕਰਾਂਗੇ? ਫਸਟ ਫੰਕਸ਼ਨ ਐਜ਼ ਇਟ ਇਜ਼, ਇੰਟੀਗ੍ਰੇਸ਼ਨ ਆਫ ਸੈਕਿੰਡ ਫੰਕਸ਼ਨ ਮਾਈਨਸ ਹੋਲ ਇੰਟੀਗ੍ਰੇਸ਼ਨ। ਇੱਥੇ 2 ਆਂਸਰ ਭਰਨੇ ਔਰ ਰਫ ਕੰਮ 'ਚ ਕਰ ਲਓ। ਪਹਿਲੀ ਫੰਕਸ਼ਨ ਦਾ ਡੈਰੀਵੇਟਿਵ, x ਦਾ ਡੈਰੀਵੇਟਿਵ, ਅਤੇ ਦੂਜੇ ਫੰਕਸ਼ਨ ਦੀ ਇੰਟੀਗ੍ਰੇਸ਼ਨ। x ਦਾ ਡੈਰੀਵੇਟਿਵ 1, ਇਹਦੀ ਇੰਟੀਗ੍ਰੇਸ਼ਨ ਕੀ ਆਊਗੀ? e ਦੀ ਪਾਵਰ 2x ਡਿਵਾਈਡਡ ਬਾਏ 2। ਇੱਥੇ ਕਿੰਨਾ ਆ ਜਾਊਗਾ? 1 e ਦੀ ਪਾਵਰ 2x ਬਟਾ 2, ਫਿਰ dx ਸਾਰੇ ਦੀ ਇੰਟੀਗ੍ਰੇਸ਼ਨ। x ਇਹਦੀ ਇੰਟੀਗ੍ਰੇਸ਼ਨ ਤੁਸੀਂ ਕਰ ਲਈ e ਦੀ ਪਾਵਰ 2x ਬਟਾ 2, ਆਹ 1/2 ਬਾਹਰ ਆ ਜਾਊਗਾ। ਹੁਣ ਫਿਰ ਇੰਟੀਗ੍ਰੇਸ਼ਨ 2x dx ਦੀ ਰਹਿ ਗਈ। ਇੱਥੇ ਕੀ ਆ ਗਿਆ? x, ਇਹ ਸਾਰਾ ਐਜ਼ ਇਟ ਇਜ਼, ਇਹਨੂੰ ਕੁਛ ਨਹੀਂ ਕਰਨਾ। ਇੱਥੇ ਫਿਰ ਇੰਟੀਗ੍ਰੇਸ਼ਨ ਕੀ ਆ ਜੂਗੀ? e ਦੀ ਪਾਵਰ 2x ਬਟਾ 2, x e ਦੀ ਪਾਵਰ 2x ਬਟਾ 2, ਇੱਥੇ 1/4 e ਦੀ ਪਾਵਰ 2x ਪਲੱਸ c ਕੀ ਆ ਗਿਆ? ਆਨਸਰ। ਹੁਣ ਇਹਦੀ ਸੈਕਿੰਡ ਦੇਖੋ ਇੰਟੀਗ੍ਰੇਸ਼ਨ, x ਸਕੁਏਅਰ e ਦੀ ਪਾਵਰ 3x ਅਤੇ dx। ਪਹਿਲਾਂ ਅਸੀਂ ਆਰਡਰ ਦੇਖ ਲਈਏ, ਸਾਡਾ ਆਰਡਰ ਸਹੀ ਹੈ, ਬਟ ਹੁਣ ਇੱਥੇ ਦੇਖੋ ਇੰਟੀਗ੍ਰੇਸ਼ਨ ਬਾਈ ਪਾਰਟਸ 2 ਵਾਰ ਰਿਪੀਟ ਹੋਊਗੀ। ਉਹ ਕਿਉਂ? ਤੁਸੀਂ ਕਰੋਗੇ ਆਪਣਾ ਪਤਾ ਚੱਲ ਜੂ। ਜਿੰਨੀ x ਦੀ ਪਾਵਰ ਹੋਊਗੀ ਉਨੀ ਵਾਰ ਇੰਟੀਗ੍ਰੇਸ਼ਨ ਬਾਈ ਪਾਰਟਸ ਹੋਊਗੀ। ਫਸਟ ਫੰਕਸ਼ਨ ਐਜ਼ ਇਟ ਇਜ਼, ਇੰਟੀਗ੍ਰੇਸ਼ਨ ਆਫ ਸੈਕਿੰਡ ਫੰਕਸ਼ਨ ਮਾਈਨਸ ਹੋਲ ਇੰਟੀਗ੍ਰੇਸ਼ਨ 'ਚ ਮੈਂ 2 ਆਂਸਰ ਭਰਨੇ ਆ। ਪਹਿਲੇ ਦਾ ਡੈਰੀਵੇਟਿਵ x ਸਕੁਏਅਰ ਦਾ ਡੈਰੀਵੇਟਿਵ 2x, ਦੂਜੇ ਦੀ ਮੈਂ ਕੀ ਭਰਨੀ ਆ? ਇੰਟੀਗ੍ਰੇਸ਼ਨ। ਉਹ ਕੀ ਆਊਗੀ? e ਦੀ ਪਾਵਰ 3x ਬਟਾ 3। ਇੱਥੇ ਸਿੱਧਾ ਆਨਸਰ ਭਰਿਆ ਕਰੋ, ਨਹੀਂ ਕਨਫਿਊਜ਼ ਨਹੀਂ ਹੋਵੋਗੇ। ਇੱਥੇ ਫਿਰ ਇਹਦੀ ਇੰਟੀਗ੍ਰੇਸ਼ਨ ਉਹੀ ਆਊਗੀ e ਦੀ ਪਾਵਰ 3x ਬਟਾ 3, ਅਤੇ ਇੱਥੇ 2/3 ਬਾਹਰ ਕੱਢਤੀ। ਇੱਥੇ ਕੀ ਆ ਗਿਆ? x e ਦੀ ਪਾਵਰ 3x ਅਤੇ dx। ਆ ਫਿਰ ਉਹ ਸਾਡੀ ਫਿਰ ਇੰਟੀਗ੍ਰੇਸ਼ਨ ਬਾਈ ਪਾਰਟਸ ਲੱਗ ਜੂਗਾ ਇੱਥੇ। ਉਹ ਕੀ ਹੋ ਜੂਗਾ? ਇੰਟੀਗ੍ਰੇਸ਼ਨ ਬਾਈ ਪਾਰਟਸ x ਸਕੁਏਅਰ e ਦੀ ਪਾਵਰ 3x ਬਟਾ 3 ਮਾਈਨਸ 2/3 ਹੋਲ ਬ੍ਰੈਕਟ, ਫਿਰ ਇਹ ਮੈਂ ਇੱਥੇ ਕਹਿ ਰਹੀ ਹਾਂ ਇੰਟੀਗ੍ਰੇਸ਼ਨ ਬਾਈ ਪਾਰਟਸ ਲੱਗੂਗਾ। ਮੈਂ ਦੁਬਾਰਾ ਲਿਖ ਲਾ, ਇੱਥੇ ਕਿਤੇ ਲਗਾਉਣਾ ਸੀ, ਇੱਥੇ ਇੰਟੀਗ੍ਰੇਸ਼ਨ ਬਾਈ ਪਾਰਟਸ ਲਗਾਉਣਾ। ਫਸਟ ਫੰਕਸ਼ਨ ਐਜ਼ ਇਟ ਇਜ਼, ਇੰਟੀਗ੍ਰੇਸ਼ਨ ਆਫ ਸੈਕਿੰਡ ਫੰਕਸ਼ਨ ਮਾਈਨਸ ਹੋਲ ਇੰਟੀਗ੍ਰੇਸ਼ਨ। ਪਹਿਲੇ ਦਾ ਆਨਸਰ 1, ਦੂਜੇ ਦਾ ਇੰਟੀਗ੍ਰੇਸ਼ਨ ਦਾ ਆਨਸਰ, ਫਿਰ ਹੋਲ ਇੰਟੀਗ੍ਰੇਸ਼ਨ ਕਰ ਦੇਣੀ ਹੈ। x ਸਕੁਏਅਰ e ਦੀ ਪਾਵਰ 3x ਬਟਾ 3, ਇੱਥੇ ਕਿੰਨਾ ਆ ਜਾਊਗਾ? 2, 3/3 ਇੰਟੂ 9 x e ਦੀ ਪਾਵਰ 3x ਮਾਈਨਸ ਮਾਈਨਸ ਪਲੱਸ 2, 3 ਇੰਟੂ 3 ਕਿੰਨਾ ਗਿਆ? 9। ਆਹ 3 ਮੈਂ ਬਾਹਰ ਨਿਕਾਲ ਲਿਆ ਇੱਥੇ। ਫਿਰ ਦੁਬਾਰਾ ਇਹਦੀ ਇੰਟੀਗ੍ਰੇਸ਼ਨ ਰਹਿ ਗਈ। ਚਲੋ ਅਗਲੇ ਸਟੈਪ 'ਚ ਕਰ ਲੈਂਦੇ ਹਾਂ ਤਾਂ ਕਿ ਤੁਸੀਂ ਕਨਫਿਊਜ਼ ਨਾ ਹੋਵੋ। x ਸਕੁਏਅਰ e ਦੀ ਪਾਵਰ 3x ਬਟਾ 3, 2/9 x e ਦੀ ਪਾਵਰ 3x ਬਟਾ 2/9, e ਦੀ ਪਾਵਰ 3x ਦੀ ਇੰਟੀਗ੍ਰੇਸ਼ਨ ਕੀ ਆ ਜੂਗੀ? ਬਟਾ 3। ਹੁਣ ਦੇਖੋ ਆਨਸਰ ਆਪਣਾ ਮੈਚ ਕਰ ਲਓ, ਕੀ ਆ ਗਿਆ ਆਨਸਰ? 1/3 x ਸਕੁਏਅਰ e ਦੀ ਪਾਵਰ 3x ਮਾਈਨਸ 2/9 x e ਦੀ ਪਾਵਰ 3x, ਇੱਥੇ ਕਿੰਨਾ ਆ ਜੂਗਾ? 2/27 e ਦੀ ਪਾਵਰ 3x ਪਲੱਸ c, ਇੱਥੇ ਇੰਟੀਗ੍ਰੇਸ਼ਨ ਕੀਤੀ ਸੀ ਪਲੱਸ c। ਠੀਕ ਹੈ ਜੀ। ਹੁਣ ਇੰਟੀਗ੍ਰੇਸ਼ਨ ਬਾਈ ਪਾਰਟਸ ਪਤਾ ਚੱਲ ਗਈ। ਉਸ ਤੋਂ ਬਾਅਦ ਦੇਖੋ ਆਹ ਵਾ, ਇਹ ਤਾਂ ਹੁਣ ਸਾਨੂੰ ਕੋਈ ਪ੍ਰੋਡਕਟ ਨਹੀਂ ਦਿਖ ਰਿਹਾ, ਅਸੀਂ ਤਾਂ ਇਹ 'ਚ ਸਬਸਟੀਟਿਊਸ਼ਨ ਕੀਤੀ। ਜੇ ਤੁਸੀਂ √x ਨੂੰ t ਭਰਿਆ, ਸਕੁਏਅਰਿੰਗ ਬੋਥ ਸਾਈਡ ਕਰਤੀ, ਫਿਰ ਡਿਫਰੈਂਸ਼ੀਏਟ ਬੋਥ ਸਾਈਡ ਕਰਤਾ,
तो फिर असी ये वैल्यू पुट करती कॉस रूट एक्स नूं की पुट किया तुसी टी, इत्थे कितनी आ गई टी, फिर डी एक्स की वैल्यू कितनी आई 2t dt 2t dt। ये टी की फॉर्म के विच साडे कोल प्रोडक्ट बन गया, एक कॉस टी का प्रोडक्ट 2t नाल बन गया, 2 तो बाहर आ गया। हुण टी अलजबरिक फंक्शन आ, कॉस टी की है ट्रिग्नोमैट्रिक फंक्शन। अकॉर्डिंग टू आईलेट पहला अलजबरिक फंक्शन आऊगा, फिर ट्रिग्नोमैट्रिक फंक्शन आऊगा, फिर ये इंटीग्रेशन बाय पार्ट्स लगाती। 2 बार एज इट इज़ फर्स्ट फंक्शन एज इट इज़, इंटीग्रेशन ऑफ सेकेंड फंक्शन माइनस होल इंटीग्रेशन फर्स्ट फंक्शन का डेरीवेटिव इंटीग्रेशन ऑफ सेकेंड फंक्शन, फिर अगों तुसीं कर ही लओगे। फोर्थ देखो लॉग दे विच आ गया, ये आपां करके देख लैंदे आ। इहदी इंटीग्रेशन है एक्स लॉग 1 प्लस एक्स ते डी एक्स। ये की आ जाऊगा तुहाडे कोलों, पहला अकॉर्डिंग टू आईलेट मैं री अरेंज करदा, लॉग 1 प्लस एक्स फर्स्ट फंक्शन हो गया, फिर एक्स मेरा की हो गया सेकेंड फंक्शन, तो की हो गया डी एक्स हो गया। ठीक है, हुण ये मैं इंटीग्रेशन बाय पार्ट्स लगाऊंगी। फर्स्ट फंक्शन एज इट इज़, इंटीग्रेशन ऑफ दिस एक्स की इंटीग्रेशन की आऊगी एक्स स्क्वायर बाय 2 माइनस होल इंटीग्रेशन लॉग 1 प्लस एक्स का डेरीवेटिव मेरे को की आऊगा 1/1 प्लस एक्स, 1/1 प्लस एक्स इंटू एक्स स्क्वायर अपॉन 2, ये की आ गया डी एक्स। ठीक है जी, ये कितना आ गया 2 लॉग 1 प्लस एक्स, एक्स स्क्वायर बाय 2, इत्थे 1/2 बाहर आ गया, एक्स स्क्वायर 1 प्लस एक्स ते डी एक्स। ठीक है जी, हुण देखो आ इंटीग्रेशन की बनी है, जो मैं क्या सी उपर पावर ज़्यादा होवे नीचे पावर घट होवे तां वो इंप्रॉपर हुंदी है, तो आपां इस केस च इहनूं की करांगे डिवाइड करांगे इंटीग्रेशन करन लई। एक्स स्क्वायर नूं इहनूं भी एक्स नूं अगे लिख लिया ऑर्डर च, इहदे नाल मैं डिवाइड करूँगी एक्स नाल, इहनूं मल्टीप्लाई किया एक्स स्क्वायर प्लस एक्स, आ माइनस कट्टिया गया, आ की आ गया माइनस एक्स। ठीक है, तो ये साडा रिमाइंडर बच गया ना, तो हुण साडे कोलों की आ जूगी इहदी इंटीग्रेशन, फिर एक्स स्क्वायर प्लस एक्स आ कैंसल हो गया, इत्थे माइनस एक्स का रिमाइंडर बचा, इत्थे फिर माइनस एक्स आ जाऊगा, आह इत्थे आ जाऊगा, रिमाइंडर उपर आ गया, आह साडा डिवाइजर, डिवाइजर नीचे आ जाऊगा, क्वेश्चन साइड पर आ जाऊगा, एवें हुंदा। अगले स्टैप च मैं इत्थे प्लस पाना सी, प्लस माइनस की हो गया माइनस एक्स अपॉन एक्स प्लस 1, यानी कि हले इंटीग्रेशन पई है, यदी इंटीग्रेशन तो यदी इंटीग्रेशन, इनू मैं ब्रैकेट च पाता कि दोनों के आंसर के बाहर की आऊगा 1/2, बाकी हली सी सारा एज इट इज़ रखांगे। हुण मैं इंटीग्रेशन करन लगी हाँ, आंसर इहदा की लिख दूँगी एक्स स्क्वायर बाय 2 इंटीग्रेशन, ये की करूँगी इन्हें पावर बराबर आ गई, दूजा रूल की हो गया, शक्लां सेम बनावांगे न्यूमीनेटर ते डिनोमीनेटर दी, +1 ते -1 ऐड करूँगी, +1 ते -1। पहला मेरा log 1 प्लस एक्स, log 1 प्लस एक्स ते एक्स स्क्वायर बाय 2, इनू मैं अगे लिख ला एज ए कोफिशिएंट। ठीक है जी, उस तो बाद साडा -1/2, फिर ब्रैकेट च इंटीग्रेशन के आंसर लिख लो, एक्स स्क्वायर की इंटीग्रेशन की आऊगी एक्स स्क्वायर बाय 2, ये इंटीग्रेशन हुण मेरे को पई है एक्स +1 ते -1 करती मैं। ठीक है, इनू देखते हुए डिनोमीनेटर में हुण -1/2 एक्स स्क्वायर बाय 2, इत्थों मैं ब्रेक कर दूँगी, इंटीग्रेशन x +1 x +1, फिर माइनस माइनस +1 x +1 ते dx। ठीक है जी, -1/2 एक्स स्क्वायर अपॉन 2, यदि कट के कितनी आ गई 1 की इंटीग्रेशन कितनी आ गई x, यदि कितनी आ गई log ऑफ x +1, एक्स स्क्वायर बाय 2 log 1 प्लस एक्स, एक्स स्क्वायर बाय 2 log 1 प्लस एक्स, -1/4 एक्स स्क्वायर, माइनस माइनस प्लस 1/2 एक्स, माइनस माइनस प्लस
ਇਹਦਾ ਸੈਕਿੰਡ ਪਾਰਟ ਵੀ ਸੇਮ ਆ, ਯੂ ਕੈਨ ਡੂ। ਅਗਲਾ ਕੀ ਹੈ, ਇਨਵਰਸ ਆ। ਇਨਵਰਸ ਫੰਕਸ਼ਨ ਦੀ ਰੀਸੈਟਿੰਗ, ਇਹਨੂੰ ਪਹਿਲੇ ਨੰਬਰ ਤੇ ਰੱਖਾਂਗੇ, ਇਹਨੂੰ ਦੂਜੇ ਨੰਬਰ ਤੇ। ਫਸਟ ਫੰਕਸ਼ਨ ਐਜ਼ ਇਟ ਇਜ਼ ਇੰਟੀਗ੍ਰੇਸ਼ਨ ਆਫ ਸੈਕਿੰਡ ਫੰਕਸ਼ਨ ਮਾਈਨਸ ਇਹਦਾ ਡੈਰੀਵੇਟਿਵ ਇੰਟੀਗ੍ਰੇਸ਼ਨ ਆਫ ਸੈਕਿੰਡ ਫੰਕਸ਼ਨ। ਹੁਣ ਦੇਖੋ ਇੱਥੇ ਫੇਰ ਕੀ ਆ ਗਿਆ, ਉੱਪਰ ਪਾਵਰ ਵੱਡੀ ਆ ਗਈ, ਨੀਚੇ ਪਾਵਰ ਛੋਟੀ ਆ ਗਈ। ਇਸ ਸਟੈਪ 'ਚ ਤੁਸੀਂ ਐਕਸ ਦੀ ਪਾਵਰ ਨੂੰ 3 ਨੂੰ ਅੰਦਰ ਰੱਖ ਕੇ 1 + ਐਕਸ ਸਕੁਏਅਰ ਨਾਲ ਕੀ ਕਰ ਦੋਗੇ, ਡਿਵਾਈਡ ਕਰਕੇ ਰਿਮਾਈਂਡਰ ਆ ਗਿਆ। ਆ ਸਾਡਾ ਡਿਵਾਈਜ਼ਰ ਆ ਗਿਆ, ਸਾਈਡ ਤੇ ਕੋਸ਼ੈਂਟ ਆ ਜਾਊਗਾ, ਸ਼ਾਇਦ ਉਹ ਮਾਈਨਸ 'ਚ ਆਊਗਾ, ਇਸ ਕਰਕੇ ਇੱਥੇ ਕੀ ਆ ਗਿਆ, ਮਾਈਨਸ। ਫਿਰ ਇੰਟੀਗ੍ਰੇਸ਼ਨ ਸੇਮ ਅਗਲੇ ਦੇ ਨਾਲ ਦਾ, ਫਿਰ ਅੱਗੋਂ ਤੁਸੀਂ ਅਲੱਗ-ਅਲੱਗ ਕਰਕੇ ਇੰਟੀਗ੍ਰੇਸ਼ਨ ਕਰ ਦੇਣੀ ਆ। ਦਿਸ ਵਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਲੌਗ ਐਕਸ ਦੀ ਇੰਟੀਗ੍ਰੇਸ਼ਨ ਬਹੁਤ ਹੀ ਇੰਪੋਰਟੈਂਟ ਹੈ। ਇਹਦਾ ਡਾਇਰੈਕਟ ਰਿਜ਼ਲਟ ਵੀ ਯਾਦ ਰੱਖਣਾ, 1 ਨੰਬਰ 'ਚ ਆ ਜਾਂਦਾ, 2 ਨੰਬਰ 'ਚ ਡਰਾਈਵ ਕਰਨਾ ਵੀ ਆ ਜਾਂਦਾ। ਇਨਟੂ 1 ਲਗਾ ਕੇ ਮੈਂ ਬਾਈ ਪਾਰਟਸ ਕਰ ਲੂੰਗੀ। ਫਿਰ ਫਸਟ ਫੰਕਸ਼ਨ ਐਜ਼ ਇਟ ਇਜ਼ ਇੰਟੀਗ੍ਰੇਸ਼ਨ ਆਫ ਸੈਕਿੰਡ ਫੰਕਸ਼ਨ ਮਾਈਨਸ, ਫਿਰ ਲੌਗ ਐਕਸ ਦਾ ਡੈਰੀਵੇਟਿਵ ਇਨਟੂ ਸੈਕਿੰਡ ਫੰਕਸ਼ਨ ਦੀ ਇੰਟੀਗ੍ਰੇਸ਼ਨ। ਆ ਤਾਂ ਕੈਂਸਲ ਹੋ ਗਿਆ, 1 ਰਹਿ ਗਿਆ। 1 ਦੀ ਇੰਟੀਗ੍ਰੇਸ਼ਨ ਕੀ ਹੁੰਦੀ ਹੈ, ਐਕਸ। ਠੀਕ ਹੈ, ਤਾਂ ਫਿਰ ਇਹਦਾ ਆਨਸਰ ਕੀ ਆ ਗਿਆ, ਐਕਸ ਲੌਗ ਐਕਸ ਮਾਈਨਸ ਐਕਸ। ਇਹ ਰਿਜ਼ਲਟ ਵੀ ਯਾਦ ਰੱਖ ਲਿਓ। ਨੈਕਸਟ ਸਮ ਦੇਖ ਲਓ। ਨੈਕਸਟ ਸਮ ਸੌਖਾ, ਸਾਨੂੰ ਨਹੀਂ ਪਤਾ ਸੀ ਇਹ ਇੰਟੀਗ੍ਰੇਸ਼ਨ ਬਾਈ ਪਾਰਟਸ ਦਾ ਹੋਊਗਾ। ਤੁਸੀਂ ਸਿੰਪਲੀ ਦੇਖਿਆ ਕਿ ਸਾਈਨ ਇਨਵਰਸ ਐਕਸ ਦਾ ਡੈਰੀਵੇਟਿਵ ਕੀ ਹੁੰਦਾ, ਐਕਸ ਅਪੋਨ √1 - ਐਕਸ ਸਕੁਏਅਰ। ਲਾਸਟ ਚੈਪਟਰ ਟੈਕਨੀਕਸ ਦੇ ਵਿੱਚ ਅਸੀਂ ਪੜ੍ਹਿਆ ਸੀ, ਕਿਸੇ ਫੰਕਸ਼ਨ ਦਾ ਡੈਰੀਵੇਟਿਵ ਉਹਦੇ ਨੇਬਰ 'ਚ ਪਿਆ ਹੋਵੇ ਤਾਂ ਅਸੀਂ ਉਸ ਫੰਕਸ਼ਨ ਨੂੰ ਟੀ ਪੁੱਟ ਕਰਦੇ ਹਾਂ। ਸੋ ਵੀ ਪੁੱਟ ਸਾਈਨ ਇਨਵਰਸ ਨੂੰ ਅਸੀਂ ਟੀ ਪੁੱਟ ਕਰ ਦਾਂਗੇ। ਉਸ ਤੋਂ ਬਾਅਦ ਡਿਫਰੈਂਸ਼ੀਏਟ ਬੋਥ ਸਾਈਡ ਡੀ ਐਕਸ ਦੀ ਵੈਲਿਊ ਕੱਢ ਲਾਂਗੇ। ਹੁਣ ਇੰਟੀਗ੍ਰੇਸ਼ਨ 'ਚ ਸਾਰੇ ਨੂੰ ਟੀ 'ਚ ਕਨਵਰਟ ਕਰ ਦਿਓ। ਸਾਈਨ ਇਨਵਰਸ ਐਕਸ ਦੀ ਜਗ੍ਹਾ 'ਤੇ ਮੈਂ ਟੀ ਪੁੱਟ ਕਰਤਾ। ਦੇਖੋ ਇਹਦੀ ਜਗ੍ਹਾ 'ਤੇ ਆ ਤਾਂ ਮੇਰਾ ਟੀ ਹੋ ਗਿਆ, ਐਕਸ ਮੰਨ ਲਓ ਮੇਰੀ ਐਵੇਂ ਪਈ ਹੈ, ਨੀਚੇ 1 - ਐਕਸ ਸਕੁਏਅਰ ਡੀ ਐਕਸ। ਫਿਰ ਮੈਂ ਇੱਥੇ ਡੀ ਐਕਸ ਦੀ ਵੈਲਿਊ ਕੱਢੀ ਸੀਗੀ। ਡੀ ਐਕਸ ਦੀ ਵੈਲਿਊ ਕੀ ਆ, ਇਹਨਾਂ ਨੂੰ ਪਤਾ ਨਹੀਂ ਕਿਹੜੇ ਢੰਗ ਨਾਲ ਕੀਤਾ, ਆਪਾਂ ਆਪਣਾ ਕਰਦੇ ਹਾਂ। ਫਿਰ ਐਕਸ ਸਾਈਨ ਇਨਵਰਸ ਐਕਸ ਅਪੋਨ 1 - ਐਕਸ ਸਕੁਏਅਰ ਡੀ ਐਕਸ। ਮੈਂ ਕੀ ਕੀਤਾ, ਪੁੱਟ ਕਰਦੀ ਹਾਂ ਸਾਈਨ ਇਨਵਰਸ ਐਕਸ ਨੂੰ ਟੀ। ਹੁਣ ਮੈਂ ਡਿਫਰੈਂਸ਼ੀਏਟ ਬੋਥ ਸਾਈਡ ਕਰਦਾ, 1/1 - ਐਕਸ, ਇੱਧਰ ਕੀ ਆ ਜਾਊਗਾ ਡੀ ਟੀ ਅਪੋਨ ਡੀ ਐਕਸ। ਡੀ ਐਕਸ ਉੱਧਰ ਲੈ ਜਾਓ, ਡੀ ਐਕਸ 1 - ਐਕਸ ਸਕੁਏਅਰ, ਇੱਧਰ ਕੀ ਆ ਗਿਆ ਡੀ ਟੀ। ਹੁਣ ਦੇਖੋ ਇੰਟੀਗ੍ਰੇਸ਼ਨ, ਮੈਂ ਐਕਸ ਹਲੇ ਐਜ਼ ਇਟ ਇਜ਼ ਆ, ਸਾਈਨ ਇਨਵਰਸ ਐਕਸ ਨੂੰ ਟੀ ਪੁੱਟ ਕੀਤਾ, ਡੀ ਐਕਸ ਅਪੋਨ ਦਿਸ ਨੂੰ ਮੈਂ ਕੀ ਪੁੱਟ ਕੀਤਾ, ਡੀ ਟੀ। ਠੀਕ ਹੈ ਜੀ। ਹੁਣ ਰੋਲਾ ਸਾਡਾ ਕੀ ਪੈ ਗਿਆ, ਆ ਸਾਰਾ ਮੇਰਾ ਡੀ ਟੀ ਬਣ ਗਿਆ। ਰੋਲਾ ਹੈਗਾ ਐਕਸ ਨੂੰ ਵੀ ਟੀ 'ਚ ਕਨਵਰਟ ਕਰੋ ਦੁਬਾਰਾ, ਜਿਹਨੂੰ ਟੀ ਪੁੱਟ ਕੀਤਾ ਸੀ ਉਹ 'ਚੋਂ ਐਕਸ ਦੀ ਵੈਲਿਊ ਕੱਢ ਲਓ। ਇਹਨੂੰ ਪੁੱਟ ਕੀਤਾ ਸੀ ਟੀ, ਐਕਸ ਦੀ ਵੈਲਿਊ ਸਾਈਨ ਇਨਵਰਸ ਉੱਧਰ ਜਾ ਕੇ ਬਣ ਜੂਗਾ ਸਾਈਨ ਟੀ। ਇੱਥੇ ਹੁਣ ਮੇਰਾ ਕੀ ਬਣ ਜੂਗਾ, ਐਕਸ ਦੀ ਵੈਲਿਊ ਕੀ ਆ ਗਈ, ਸਾਈਨ ਟੀ ਇੰਟੂ ਟੀ ਅਤੇ ਡੀ ਟੀ। ਹੁਣ ਤੁਸੀਂ ਔਰਡਰ 'ਚ ਲਿਖ ਲਓ, ਟ੍ਰਿਗਨੋਮੈਟ੍ਰਿਕ ਫੰਕਸ਼ਨ ਫਸਟ ਫੰਕਸ਼ਨ, ਆ ਕੀ ਹੋ ਗਿਆ ਸੈਕਿੰਡ ਫੰਕਸ਼ਨ। ਇੱਥੇ ਪਹੁੰਚ ਗਏ ਆਪਾਂ ਟੀ ਸਾਈਨ ਟੀ। ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਇੰਟੀਗ੍ਰੇਸ਼ਨ ਬਾਈ ਪਾਰਟਸ ਲਗਾ ਦਿਓ। ਆਹ ਦੇਖ ਲਓ ਮੈਂ ਕਿਵੇਂ ਡਰਾਈਵ ਕੀਤਾ, ਅਗਰ ਮੈਥ ਵਾਲਾ ਨਹੀਂ ਸਮਝ ਲੱਗਦਾ। ਆ ਵੀ ਐਗਜ਼ਾਮਪਲ 8th ਦੇਖ ਲਿਓ ਆਪਣੇ ਆਪ। 9th ਐਗਜ਼ਾਮਪਲ ਦੇਖੋ, ਦੈਟ ਇਜ਼ ਵੈਰੀ ਇੰਪੋਰਟੈਂਟ। 9th ਐਗਜ਼ਾਮਪਲ ਕੀ ਆ, log of log x ਪਲੱਸ 1/log x ਦਾ ਸਕੁਏਅਰ ਤੇ dx। ਇਹ ਇੰਟੀਗ੍ਰੇਸ਼ਨ ਆ। ਠੀਕ ਹੈ ਜੀ। ਮੈਥੋਂ ਇੰਟੀਗ੍ਰੇਸ਼ਨ ਅਲੱਗ-ਅਲੱਗ ਕਰ ਲਾਂ, log of log x ਪਲੱਸ ਇੰਟੀਗ੍ਰੇਸ਼ਨ 1/log x ਦਾ ਸਕੁਏਅਰ ਤੇ dx। ਇੰਟੀਗ੍ਰੇਸ਼ਨ ਮੈਂ ਅਲੱਗ-ਅਲੱਗ ਕਰ ਲਈ। ਹੁਣ ਇਹ ਇੰਟੀਗ੍ਰੇਸ਼ਨ I1 ਹੋ ਗਈ, ਆਹ ਇੰਟੀਗ੍ਰੇਸ਼ਨ ਮੇਰੀ I2 ਹੋ ਗਈ। I1 ਇੰਟੀਗ੍ਰੇਸ਼ਨ ਕੀ ਹੋ ਜੂਗੀ, log of log x ਤੇ dx। ਠੀਕ ਹੈ। ਇਹ log ਦਾ ਥੀਟਾ ਕੌਣ ਆ, log x। ਤਾਂ ਇਹ ਤਾਂ ਇੱਕ ਫੰਕਸ਼ਨ ਆ, ਅਤੇ ਮੈਨੂੰ ਪਤਾ log ਵਾਲੇ ਫੰਕਸ਼ਨ ਦੀ ਇੰਟੀਗ੍ਰੇਸ਼ਨ ਕਰਨ ਲਈ ਸੈਕਿੰਡ ਫੰਕਸ਼ਨ ਆਪਾਂ ਚੂਜ਼ ਕਰਾਂਗੇ ਐਜ਼ ਏ 1। ਦਿਸ ਵਨ ਇਜ਼ ਅ ਫਸਟ ਫੰਕਸ਼ਨ, ਦਿਸ ਵਨ ਇਜ਼ ਅ ਸੈਕਿੰਡ ਫੰਕਸ਼ਨ। ਨਾਓ ਅਪਲਾਈ ਦਾ ਇੰਟੀਗ੍ਰੇਸ਼ਨ ਬਾਈ ਪਾਰਟਸ। ਹਲੇ ਮੈਂ ਇੰਨੀ ਕੁ ਦੀ ਕਰਦੀ ਪਈ ਹਾਂ, ਇਹਦੀ ਨਹੀਂ ਮੈਂ ਕੀਤੀ, I2 ਦੀ ਨਹੀਂ ਕੀਤੀ। I1 ਇਹਦੇ ਲਈ ਕੀ ਆਊਗਾ, ਫਸਟ ਫੰਕਸ਼ਨ ਐਜ਼ ਇਟ ਇਜ਼, ਇੰਟੀਗ੍ਰੇਸ਼ਨ ਆਫ ਸੈਕਿੰਡ ਫੰਕਸ਼ਨ। 1 ਦੀ ਇੰਟੀਗ੍ਰੇਸ਼ਨ ਕਿੰਨੀ ਆਊਗੀ, ਐਕਸ ਮਾਈਨਸ ਹੋਲ ਇੰਟੀਗ੍ਰੇਸ਼ਨ
ਇਹਦਾ log of log ਦਾ ਡੈਰੀਵੇਟਿਵ ਮੈਂ ਕਿਹਾ ਸੀ ਸਾਈਡ ਤੇ ਆਪਾਂ ਰਫ ਕੰਮ 'ਚ ਕੱਢ ਲੈਣੇ ਆ। ਇਹਦਾ ਡੈਰੀਵੇਟਿਵ ਕੀ ਆਊਗਾ, log ਥੀਟਾ ਦਾ ਡੈਰੀਵੇਟਿਵ ਕੀ ਹੁੰਦਾ 1/θ। ਇੱਥੇ ਥੀਟਾ ਦਾ ਨਾਮ ਕੀ ਆ log x, ਫਿਰ ਇਨਟੂ ਡੈਰੀਵੇਟਿਵ ਆਫ ਡਿਨੋਮੀਨੇਟਰ, ਡਿਨੋਮੀਨੇਟਰ ਕੌਣ ਆ log x, ਇਹਦਾ ਡੈਰੀਵੇਟਿਵ ਕੀ ਹੋਊਗਾ 1/x। ਤਾਂ ਮੈਂ ਇੱਥੇ ਇਹਦਾ ਡੈਰੀਵੇਟਿਵ ਦਾ ਆਨਸਰ ਭਰਦਾ 1/x, ਮੈਂ ਅੱਗੇ ਲਿਖ ਲਿਆ, ਇਹਨੂੰ ਦੂਜੇ ਨੰਬਰ 'ਤੇ ਲਿਖ ਲਿਆ 1/log x। ਫਸਟ ਫੰਕਸ਼ਨ ਦਾ ਮੈਂ ਡੈਰੀਵੇਟਿਵ ਨਿਕਾਲਤਾ। ਸੈਕਿੰਡ ਫੰਕਸ਼ਨ ਦੀ ਕੀ ਕਰਨੀ ਆ ਇੰਟੀਗ੍ਰੇਸ਼ਨ। ਇੰਟੀਗ੍ਰੇਸ਼ਨ 1 ਦੀ ਇੰਟੀਗ੍ਰੇਸ਼ਨ ਕੀ ਆ ਗਈ x, ਆ x ਤੇ ਆ x ਕੀ ਹੋ ਗਏ ਕੈਂਸਲ। I1 ਸਾਡੇ ਕੋਲੋਂ ਕੀ ਆ ਗਿਆ, ਆ x ਨੂੰ ਮੈਂ ਅੱਗੇ ਕੋਫੀਸ਼ੀਐਂਟ ਲਿਖਣਾ x log of log x ਮਾਈਨਸ ਇੰਟੀਗ੍ਰੇਸ਼ਨ ਆਫ 1/log x ਤੇ dx। I1 ਦੀ ਹੁਣ ਮੈਂ ਇਹਦੀ ਇੰਟੀਗ੍ਰੇਸ਼ਨ ਕਰਨੀ ਹੈ। ਆ ਸਾਰਾ ਐਜ਼ ਇਟ ਇਜ਼ I1 x log of log x, ਇਹ ਐਜ਼ ਇਟ ਇਜ਼। ਹੁਣ ਮੈਂ ਇਹਦੀ ਇੰਟੀਗ੍ਰੇਸ਼ਨ ਕਰਨ ਲੱਗੀ ਹਾਂ। ਇਹਦੀ ਇੰਟੀਗ੍ਰੇਸ਼ਨ, ਇਹ ਫਿਰ log ਵਾਲਾ ਫੰਕਸ਼ਨ ਆ ਗਿਆ, ਇਹਦਾ ਸੈਕਿੰਡ ਫੰਕਸ਼ਨ ਐਜ਼ ਏ 1 ਮੈਂ ਚੂਜ਼ ਕਰੂੰਗੀ। ਹੁਣ ਮੈਂ ਫਿਰ ਕੀ ਕਰੂੰਗੀ, ਇੱਥੇ ਫਸਟ ਫੰਕਸ਼ਨ ਐਜ਼ ਇਟ ਇਜ਼, ਇੰਟੀਗ੍ਰੇਸ਼ਨ ਆਫ ਸੈਕਿੰਡ ਫੰਕਸ਼ਨ 1 ਦੀ ਇੰਟੀਗ੍ਰੇਸ਼ਨ ਕੀ ਹੋ ਗਈ x ਮਾਈਨਸ ਹੋਲ ਇੰਟੀਗ੍ਰੇਸ਼ਨ ਡੈਰੀਵੇਟਿਵ ਆਫ ਫਸਟ ਫੰਕਸ਼ਨ, ਉਹ ਮੈਂ ਰਫ ਕੰਮ 'ਚ ਕਰ ਲਾਂ। ਇੱਥੇ ਡੈਰੀਵੇਟਿਵ ਮੈਂ ਕਿਹਦਾ ਫਾਈਂਡ ਕਰਨਾ 1/log x ਦਾ, ਉਹਦੇ ਲਈ ਮੈਂ ਇਹਦਾ ਡੈਰੀਵੇਟਿਵ ਫਾਈਂਡ ਕਰਨਾ। ਇਹਨੂੰ ਮੈਂ ਕੀ ਲਿਖ ਲਿਆ log x ਦੀ ਪਾਵਰ -1। ਇਹਦਾ ਡੈਰੀਵੇਟਿਵ ਕਰੋ, ਪਾਵਰ ਅੱਗੇ ਫਿਰ ਪਾਵਰ ਇੱਕ ਘੱਟ ਇੰਟੂ ਡੈਰੀਵੇਟਿਵ ਆਫ ਵਿਦਾਊਟ ਪਾਵਰ ਫੰਕਸ਼ਨ ਦਾ ਕਿੰਨਾ ਆਊਗਾ 1/x। ਇਹ ਕੀ ਆ ਗਿਆ ਮੈਂ ਇੱਥੇ ਹੁਣ ਡੈਰੀਵੇਟਿਵ ਦਾ ਆਨਸਰ ਲਿਖਣਾ ਸੀ। ਉਹ ਕੀ ਆਇਆ 1/x ਅਤੇ ਇੱਕ ਮਾਈਨਸ ਆਇਆ ਸੀ ਅਤੇ ਇੱਕ ਕੀ ਆਇਆ ਸੀ 1/log x ਸਕੇਅਰ। ਇਹਦਾ ਡੈਰੀਵੇਟਿਵ ਫਿਰ ਇਹਦੀ ਕੀ ਆ ਇੰਟੀਗ੍ਰੇਸ਼ਨ। x ਨਾਲ x ਕੀ ਆ ਕੱਟੀ ਗਈ, x log of log x ਮਾਈਨਸ x/log x ਮਾਈਨਸ ਮਾਈਨਸ ਪਲੱਸ ਇੰਟੀਗ੍ਰੇਸ਼ਨ 1/log x ਦਾ ਸਕੇਅਰ। ਠੀਕ ਹੈ ਜੀ। ਇਹਦੀ ਹੁਣ ਇੰਟੀਗ੍ਰੇਸ਼ਨ ਮੈਂ ਇੱਥੇ ਹੀ ਛੱਡ ਦੂੰਗੀ। x log of log x ਓਪਨ ਦਾ ਬ੍ਰੈਕਿਟ ਮਾਈਨਸ x/log x, ਇੱਥੇ ਕਿੰਨਾ ਗਿਆ ਮਾਈਨਸ 1/log x ਦਾ ਹੋਲ ਸਕੇਅਰ। ਹੁਣ ਆਪਾਂ ਇਹਦੇ ਵਿੱਚ ਪੁੱਟ ਕਰ ਦਿਓ I1 ਦੀ ਵੈਲਿਊ, I2 ਨੂੰ ਤਾਂ ਆਪਾਂ ਸੋਲਵ ਹੀ ਨਹੀਂ ਕੀਤਾ, ਉਹਨੂੰ ਐਜ਼ ਇਟ ਇਜ਼ ਫਰੋਮ ਇਹ ਇਕੁਏਸ਼ਨ। ਇਹਦੀ I1 ਮਤਲਬ ਕੌਣ ਸੀ log of log x ਦੀ ਇੰਟੀਗ੍ਰੇਸ਼ਨ ਮੇਰੀ ਸੋਲਵ ਕਰਕੇ ਆ ਸਾਰਾ ਆਨਸਰ ਆ ਗਿਆ। ਇਹ ਮੈਂ ਪੁੱਟ ਕਰਨ ਲੱਗੀ ਹਾਂ। ਇਹ ਮੇਰਾ ਆਨਸਰ ਕੀ ਆ ਗਿਆ x log of log x ਮਾਈਨਸ x/log x ਮਾਈਨਸ 1/log x ਸਕੇਅਰ। ਇਹ ਸਾਰਾ ਮੇਰਾ I1 ਦਾ ਆਨਸਰ ਸੀ। ਠੀਕ ਹੈ ਜੀ। ਉਸ ਤੋਂ ਬਾਅਦ ਮੇਰੇ ਕੋਲ ਕੀ ਪਿਆ ਪਲੱਸ ਜਿਹੜੀ I2 ਪਈ ਸੀ, I2 ਕੌਣ ਸੀ ਪਲੱਸ ਇੰਟੀਗ੍ਰੇਸ਼ਨ 1/log x ਸਕੇਅਰ। ਅਸੀਂ ਇਹਨੂੰ ਹਲੇ ਸੋਲਵ ਕਰਨਾ ਸੀ ਪਰ ਮੈਨੂੰ ਲੋੜ ਹੀ ਨਹੀਂ ਪਈ, ਕਿਉਂਕਿ ਇੰਟੀਗ੍ਰੇਸ਼ਨ ਫਸਟ ਦੇ ਵਿੱਚ ਸੋਲਵ ਕਰਦੇ ਆਹ ਵਾਲੀ ਇੰਟੀਗ੍ਰੇਸ਼ਨ ਮਾਈਨਸ 'ਚ ਬਚ ਗਈ, ਆ I2 ਵਾਲੀ ਪਈ ਸੀ। ਇਹਨੂੰ ਸੋਲਵ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਇਹ ਕੀ ਹੋ ਗਈ ਕੈਂਸਲ। ਤਾਂ ਮੇਰੇ ਕੋਲ ਸਿਰਫ ਆ ਕੀ ਆ ਗਿਆ ਆਨਸਰ। ਇਹ 'ਚੋਂ x ਤੇ x ਕੀ ਕੱਢ ਲਓ ਕੋਮਨ, log of log x ਮਾਈਨਸ 1/log x ਪਲੱਸ c। ਇਹ ਮੇਰਾ ਕੀ ਆ ਗਿਆ ਆਨਸਰ।